ਇੱਕ ਵਾਰੀ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਜੋ ਅੱਜ ਦਾ ਅਸੀਂ ਵਿਚਾਰ ਵਾਸਤੇ ਰੱਖਿਆ ਹੈ, ਗੌੜੀ ਪੂਰਬੀ ਰਵਿਦਾਸ ਜੀਓ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ। ਐਸੇ ਮੇਰਾ ਮਨ ਵਿਖਿਆ ਬਿਮ ਹੋਇਆ, ਕਛ ਆਰਾ ਪਾਰ ਨ ਸੂਝ। ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਰਹਾਓ। ਮਲਨ ਭਈ ਮਤ ਮਾਧਵਾ, तेरी गत लखी न जाए। करो कृपा तुम चूकई, मैं सुमत देह समझाए। जोगीसर पावे नहीं तो गुण, कथन अपार। प्रेम भगत के कारणे, कहो रविदास चमार। पिछले काफ़ी लंबे समय तो जो असी इत्थे सांझे रूप च बैठ के असी गुरमत विचारां करते हैं और गुरमत दियाँ शब्द दे गुरबाणी की जिहड़ी असी सांझ करते हैं। उस तो इलावा असी इतिहास या कोई भी जो घटना साढ़े आस पास जिहड़ी वापरदी है या होर कोई ऐसा टॉपिक जिहड़ा रेलीवेंट होंदा वक्त के हिसाब नाल असी उहनूं डिस्कस करते हैं। और इस सारी गलबात दे विच एक चीज़ बड़ा अहम एक चीज़ है साड़ी लाइफ दे विच, सारी गुरबाणी गुरमत इतिहास सिद्धांत सब दियां चीज़ां दे विच एक बड़ा अहम हिस्सा है साडा गुरुद्वारा। सारियां जिहड़ा केंद्री स्थान है ना साडा गुरुद्वारा, चाहे वो इलाके का होए चाहे साडे इतिहासिक है चाहे कुछ भी है, वो बड़ा इंपॉर्टेंट एक साडा स्थान है। और उसी गुरुद्वारे का एक बड़ा अहम हिस्सा है उस गुरुद्वारे का प्रबंध। प्रबंध नहीं है तो गुरुद्वारा भी नहीं है, गुरुद्वारा नहीं है तो फिर उसका सिस्टम नहीं है, सिस्टम के हिसाब के नाल ही फिर अगे सारा प्रचार गुरमत गुरबाणी जोड़ा ही अगे चलदियां चीज़ां, इस तो बाद सारा अगे उहदे नाल जुड़ियां हुई। गुरु नानक साहब ने जदों प्रचारक फेरियां या सच का प्रचार शुरू किया तो उदों यह सिस्टम नहीं सी। लोकी सिर्फ इकट्ठ के रूप दे विच बैठ जाते सी, उन्होंने नाल कोल बैठ के सुन ली गल और गल अगे वध गई एक तो दूजी जगह, दूजी तो तीजी जगह। उदों एक संगत रूप दे विच बैठे जाते सी सारिਆਂ दे। इतिहासक असी स्थानां दे विच देखदे हां ते सानूं अज वो स्थान बड़े मिलते हैं। तुसीं देखदे हो कि छोटी संगत गुरुद्वारा, छोटी संगत गुरुद्वारा, बड़ी संगत। ਉਹਦਾ मतलब ये सी कि जिथे थोड़े इकट्ठ ਦੇ ਵਿੱਚ ਲੋਕੀ ਬੈਠਦੇ ਸੀ ਉੱਥੇ ਛੋਟੀ ਸੰਗਤ ਦੇ ਬਾਅਦ ਵਿੱਚ ਉਹਨਾਂ ਨੇ ਸਥਾਨ ਬਣਾ ਦਿੱਤਾ ਤੇ ਜਿੱਥੇ ਲੋੜ ਪਈ ਫਿਰ ਵੱਡੇ ਇਕੱਠ ਦੀ ਉਹ ਵੱਡਾ ਇਕੱਠ ਵੱਡੀ ਜਗ੍ਹਾ ਤੇ ਬੈਠਣਾ ਸ਼ੁਰੂ ਕੀਤਾ ਤੇ ਉੱਥੇ ਉਹ ਜਿਹੜਾ ਜਗ੍ਹਾ ਬਣਾ ਦਿੱਤੀ ਯਾਦਗਾਰ ਉਹਨੂੰ ਕਹਿ ਦਿੱਤਾ ਗੁਰਦੁਆਰਾ ਵੱਡੀ ਸੰਗਤ ਹੈ। ਇੱਕ ਸੰਗਤ ਰੂਪ ਦੇ ਵਿੱਚ ਬੈਠਿਆ ਜਾਂਦਾ ਸੀ, ਕਿਸੇ ਇਸ ਤਰ੍ਹਾਂ ਦਾ ਸਿਸਟਮ ਨਹੀਂ ਸੀ ਹੈਗਾ। ਉਸ ਤੋਂ ਬਾਅਦ ਰੂਪ ਬਦਲਿਆ ਤੇ ਇਹਨੂੰ ਫਿਰ ਧਰਮਸਾਲ ਦੀ ਗੱਲ ਹੋਈ ਜਿੱਥੇ ਬੈਠ ਕੇ, ਹਾਲਾਂਕਿ ਘਰ ਘਰ ਅੰਦਰ ਧਰਮਸਾਲ ਦੀ ਗੱਲ ਕੀਤੀ ਸੀ, बिल्डिंग वाला कंसैप्ट उस तो भी नहीं सी, लेकिन हौली हौली जिहड़ा इहदा रूप बदलिया तो एक बिल्डिंग के रूप दे विच बैठे, बिल्डिंग के रूप च इकट्ठ होना शुरू होया उहदे विच। लेकिन फिर भी यह रूप नहीं सी जिहड़ा असीं अज देखदे पे। हौले हौले जिहड़ा है वो डेवलप होंदा गया, वो बिल्डिंगां थोड़े वड्डे रूप दे विच आउंदियां गईयां। ਉਹਦੇ 'ਚ ਫਿਰ ਵੱਡੇ ਜਦੋਂ ਸਿਸਟਮ ਬਣਿਆ ਉਹਦੇ 'ਚ ਫਿਰ ਕੁਛ ਨਾ ਕੁਛ ਪ੍ਰਬੰਧ ਦੀ ਵੀ ਲੋੜ ਪਈ, ਅੰਦਰ ਸਹੂਲਤਾਂ ਦੀ ਵੀ ਲੋੜ ਪਈ ਅਤੇ ਉਹ ਵੀ ਹੌਲੇ ਹੌਲੇ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋਈਆਂ। 18ਵੀਂ ਸਦੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਉਹ ਸਮਾਂ ਜਿਹੜਾ ਸੀ ਉਹ ਸਿੱਖ ਇਤਿਹਾਸ ਦਾ ਬੜਾ ਇੱਕ ਔਖਾ ਜਿਹਾ ਟਾਈਮ ਅਸੀਂ ਕਹਿ ਸਕਦੇ ਹਾਂ, ਜਦੋਂ ਦੋ ਘੱਲੂਘਾਰੇ ਵੀ ਵਾਪਰੇ। ਔਰ ਉਸ ਘੱਲੂਘਾਰਿਆਂ ਤੋਂ ਬਾਅਦ ਜਿਹੜਾ ਹੈ ਕਰੀਬਨ 60 ਸਾਲ ਦੀ ਜਿਹੜਾ ਪੀਰੀਅਡ ਬਣਦਾ, ਉਹ 60 ਸਾਲ ਜਿਹੜੇ ਮੇਨ ਸਟਰੀਮ ਦੇ ਵਿੱਚੋਂ ਜਿਹੜੇ ਉਹ ਸਿੱਖ ਜਿਹੜੇ ਸੀ ਉਹ ਯੋਧੇ ਜਿਹੜੇ ਉਸ ਨੂੰ ਸੰਭਾਲਣ ਵਾਲੇ ਸੀ ਉਸ ਤੋਂ ਬਾਹਰ ਰਹੇ, ਜੰਗਲਾਂ 'ਚ ਜਾਂ ਕਿਤੇ ਵੀ ਰਹੇ। ਲੇਕਿਨ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀ ਉਹ ਕਿਉਂਕਿ ਖਾਲੀ ਹੋ ਗਏ ਸੀ ਗੁਰਦੁਆਰੇ, ਅਤੇ ਉੱਥੇ ਵਿੱਚ ਜਿਹੜੇ ਸੀ ਉਹ ਕੁਛ ਬੰਦਿਆਂ ਦੇ ਉੱਥੇ ਆ ਕੇ ਉਹਨੂੰ ਮੈਨੇਜ ਕਰਨਾ ਸ਼ੁਰੂ ਕੀਤਾ ਜਾਂ ਕਬਜ਼ਾ ਕਰ ਲਿਆ ਜਾਂ ਉਹਦੇ ਵਿੱਚ ਆਪਣੇ ਹਿਸਾਬ ਨਾਲ ਉਹਨੂੰ ਚਲਾਉਣਾ ਸ਼ੁਰੂ ਕੀਤਾ। ਹਾਲਾਂਕਿ ਉਸ ਟਾਈਮ ਉਹ ਮਹੰਤ ਜਾਂ ਨਿਰਮਲਿਆਂ ਦੇ ਕੋਲ ਸੀ। ਉਸ ਟਾਈਮ ਮਹੰਤ ਲਫ਼ਜ਼ ਕੋਈ ਇੰਨਾ ਮਾੜਾ ਨਹੀਂ ਸੀ, ਬੜਾ ਚੰਗਾ ਇੱਕ ਰਿਸਪੈਕਟਡ ਲਫ਼ਜ਼ ਸੀ ਮਹੰਤ ਦਾ ਵੀ। लेकिन वो निगार आता गया, वो इन्नी गिरावट उन्होंने किरदार चाहिए कि महंत लफज भी जोड़ा वो बड़ा
ਬਦਨਾਮ ਲਫ਼ਜ਼ ਹੋ ਗਿਆ। ਅਦਰਵਾਈਜ਼ ਮਹੰਤ ਲਫ਼ਜ਼ ਆਪਣੇ ਆਪ 'ਚ ਇੱਕ ਸਤਿਕਾਰਕ ਜਿਹੜਾ ਲਫ਼ਜ਼ ਸੀ। ਅਤੇ ਉਹ ਜਿਹੜਾ ਕਬਜ਼ਾ ਸੀ ਉਹਨਾਂ ਲੋਕਾਂ ਕੋਲ ਰਿਹਾ, ਉਹੀ ਆਪਣੇ ਹਿਸਾਬ ਨਾਲ ਚਲਾਉਂਦੇ ਰਹੇ। ਉਹਦੇ ਵਿੱਚ ਕੀ ਮਤਲਬ ਉਹਨਾਂ ਦੇ ਕੋਈ ਰੋਕ ਟੋਕ ਨਹੀਂ ਸੀ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜੋ ਮਰਜ਼ੀ ਆਈ, ਜਿੱਥੇ ਜਿਹਦਾ ਕਬਜ਼ਾ ਸੀ ਉਹਨੇ ਆਪਣੇ ਹਿਸਾਬ ਨਾਲ ਉਹਨੂੰ ਮੈਨੇਜ ਕੀਤਾ, ਆਪਣੇ ਹਿਸਾਬ ਨਾਲ ਉੱਥੇ ਰੀਤ ਰਿਵਾਜ ਜੋ ਵੀ ਉਹਨੇ ਕਰਨਾ ਸੀ, ਕਰਮਕਾਂਡ ਕਿਸੇ ਵੀ ਤਰ੍ਹਾਂ 'ਚ, ਭਾਵੇਂ ਸਿੱਖੀ ਨਾਲ ਮੇਲ ਖਾਂਦੀ ਜਾਂ ਨਹੀਂ ਖਾਂਦੀ, ਜੋ ਉਹਦੀ ਮਰਜ਼ੀ ਸੀ, ਜਿਸ ਤਰ੍ਹਾਂ ਉਹਨੇ ਆਪਣੇ ਢੰਗ ਦੇ ਨਾਲ ਉਹਨੂੰ ਵਰਤਣਾ ਸ਼ੁਰੂ ਕਰ ਦਿੱਤਾ। ਇਹ ਜਦੋਂ ਸਿੱਖ ਜੰਗਲਾਂ ਦੇ ਵਿੱਚ ਸੀ, ਇਹਦੋਂ ਫਿਰ ਜਿਹੜਾ ਹੈ ਕਿਉਂਕਿ ਉੱਥੇ ਮਿਸਲਾਂ ਦੇ ਰੂਪ ਦੇ ਸੀ, ਹੌਲੇ ਹੌਲੇ ਜਿਹੜੀ ਹੈ ਮਿਸਲਾਂ ਨੂੰ ਜਿਹੜੀ ਤਾਕਤ ਮਿਲਣੀ ਸ਼ੁਰੂ ਹੋਈ, ਕੁਝ ਇਕੱਠੀਆਂ ਹੋਈਆਂ। ਮਹਾਰਾਜਾ ਰਣਜੀਤ ਸਿੰਘ ਦਾ ਇਹ ਬੜਾ ਵੱਡਾ ਇੱਕ ਯੋਗਦਾਨ ਰਿਹਾ, ਅਤੇ ਇਹ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਇੱਕ ਤਾਕਤ ਬਣਾਈ, ਔਰ ਤਾਕਤ ਤੋਂ ਬਾਅਦ ਜਿਹੜਾ ਸਿੱਖ ਰਾਜ ਜਿਹੜਾ ਹੈ ਉਹ ਕਾਇਮ ਹੋਇਆ। ਔਰ ਸਿੱਖ ਰਾਜ ਜਦੋਂ ਕਾਇਮ ਹੋਇਆ ਕਿ ਜਿਹੜੇ ਗੁਰਦੁਆਰੇ ਕਹਿ ਲਓ, ਜਾਂ ਉਸ ਟਾਈਮ ਦੇ ਜਿਹੜੇ ਉਸ ਟਾਈਮ ਦੇ ਮਸੰਦਾਂ ਦੇ ਕਹਿ ਲਓ, ਜਾਂ ਨਿਰਮਲਿਆਂ ਦੇ, ਜਾਂ ਜਿਹੜੇ ਹੋਰ ਲੋਕਾਂ ਦੇ ਉਹਨਾਂ ਦੇ ਕਬਜ਼ੇ ਦੇ ਸੀ, ਉਹਨਾਂ ਨੂੰ ਕੁਝ ਹਟਾਉਣ ਦਾ ਜਾਂ ਉਸ ਕਰਨ ਦਾ ਸੁਧਾਰ ਦਾ ਜਾਂ ਉਸ ਤਰ੍ਹਾਂ ਦਾ ਕੋਈ ਯਤਨ ਨਹੀਂ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਵੱਲੋਂ ਜਿਹੜਾ ਹੈ ਸਿਰਫ ਉਹਨਾਂ ਗੁਰਦੁਆਰਿਆਂ ਦੇ ਨਾਲ ਜ਼ਮੀਨਾਂ ਜਾਇਦਾਦਾਂ ਲਵਾਉਣੀਆਂ ਸ਼ੁਰੂ ਕਰਤਾ, ਅੰਦਰ ਸੋਨਾ ਜੋ ਉਹਦੇ ਕੋਲ ਸਮਰੱਥਾ ਸੀ ਸਾਰੀ ਉਹਨੇ ਕਰ ਦਿੱਤੀ। ਹਾਲਾਤ ਇਹ ਬਣ ਗਏ ਕਿ ਜਦੋਂ ਉਹਨਾਂ ਦੇ ਨਾਲ ਪੈਸਾ ਜੁੜ ਗਿਆ, ਉਹਨਾਂ ਦੇ ਨਾਲ ਜ਼ਮੀਨਾਂ ਜੁੜ ਗਈਆਂ, ਉਹਦੇ ਨਾਲ ਜ਼ਗੀਰਾਂ ਜੁੜ ਗਈਆਂ, ਉਹਦੇ ਨਾਲ ਖੇਤੀਬਾੜੀ ਹੋਰ ਬੜਾ ਕੁਝ ਜੁੜ ਗਿਆ, ਅਤੇ ਉਹਦੇ ਉੱਤੇ ਪੈਸਾ ਚੜ੍ਹਤ ਹੋਰ ਬੜੀ ਸਾਰੀ ਚੀਜ਼ਾਂ ਆਉਣੀ ਸ਼ੁਰੂ ਹੋ ਗਈਆਂ। ਉੱਥੇ ਦਾ ਜਿਹੜਾ ਕਰੈਕਟਰ ਸੀ ਉਹਨਾਂ ਦੇ ਲੋਕਾਂ ਦਾ, ਜਿਹੜੇ ਅੰਦਰ ਕਾਬਜ ਸੀ, ਉਹ ਹੋਰ ਵੀ ਜਿਹੜਾ ਹੈ ਨਿਗਾਰ 'ਤੇ ਆ ਗਏ, ਕਿਉਂਕਿ ਅਗਲੀ ਜਨਰੇਸ਼ਨ ਵੀ ਆਉਣੀ ਸ਼ੁਰੂ ਹੋ ਗਈ ਸੀ। ਅਗਲੀ ਤੋਂ ਅਗਲੀ ਜਨਰੇਸ਼ਨ ਉਹਨਾਂ ਨੂੰ ਸਿੱਖੀ ਨਾਲ ਕੋਈ ਲੈਣਾ ਸੀ, ਉਹਨਾਂ ਨੂੰ ਪਤਾ ਸੀ ਕਿ ਇੰਨਾ ਪੈਸਾ ਆ ਰਿਹਾ ਹੈ ਐਸ਼ਪ੍ਰਸਤੀ ਦੇ ਵਿੱਚ ਜਿਹੜਾ ਹੈ ਉਹ ਇਤਨਾ ਜ਼ਿਆਦਾ ਉਹ ਕਾਬਜ ਉੱਥੇ ਹੋ ਗਏ ਸੀ ਕਿ ਤੁਸੀਂ ਅਗਰ ਖਾਸ ਇਤਿਹਾਸਿਕ ਸਥਾਨਾਂ ਦੇਖੀਏ ਤਾਂ ਅਸੀਂ ਜਿਹੜੇ ਵੱਡੇ ਇਤਿਹਾਸਿਕ ਸਥਾਨ ਜਿਹਨੂੰ ਅਸੀਂ ਕਹਿੰਦੇ ਹਾਂ ਦਰਬਾਰ ਸਾਹਿਬ, ਨਨਕਾਣਾ ਸਾਹਿਬ ਜਾਂ ਹੋਰ ਇਸ ਤਰ੍ਹਾਂ ਦੇ ਵੱਡੇ ਸਥਾਨ ਸੀ, ਇੱਥੇ ਦੇ ਜਿਹੜੇ ਅੰਦਰ ਬੈਠੇ ਹੋਏ ਸੀ ਲੋਕ, ਇਹਨਾਂ ਦੇ ਕਰੈਕਟਰ ਦੀ ਅਸੀਂ ਗੱਲਾਂ ਕਰੀਏ ਤਾਂ ਉਹ ਮਤਲਬ ਨੀਵੇਂ ਤੋਂ ਨੀਵੇਂ ਜਿਹੜਾ ਪੱਧਰ ਦਾ ਕੰਮ ਸੀ ਨਾ ਉੱਥੇ ਕਰਦੇ ਸੀ। ਤਰਨ ਤਾਰਨ ਦਾ ਇੰਨਾ ਜਿਹੜਾ ਇਤਿਹਾਸਿਕ ਸਥਾਨ ਹੈ, ਉਹ ਤਰਨ ਤਾਰਨ ਦਾ ਮੇਲਾ ਜਿਹੜਾ ਨਾ ਉਹ ਬਦਨਾਮ ਮੇਲਾ ਸੀ ਉੱਥੇ ਦਾ, ਕਿ ਵੀ ਇੰਨਾ ਮਤਲਬ ਉੱਥੇ ਦਾ ਜੋ ਉਸ ਗਲਤ ਤਰੀਕੇ ਦੇ ਨਾਲ ਜੋ ਕੰਮ ਹੋ ਸਕਦੇ ਨੇ ਵਿੱਚ ਮੇਲਿਆਂ ਦੇ ਵਿੱਚ ਉਹ ਹੁੰਦਾ ਸੀ, ਇੰਨਾ ਬਦਨਾਮ ਹੋ ਸੀ। ਔਰ ਉਹ ਗੁਰਦੁਆਰਿਆਂ ਦੇ ਨਾਮ 'ਤੇ ਉੱਥੇ ਹੀ ਹੁੰਦੇ ਸੀ। ਸੋ ਇਹ ਹਾਲਾਤ ਜਿਹੜੇ ਬਣ ਗਏ। ਅੰਗਰੇਜ਼ ਜਦੋਂ ਆਏ, ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਮੈਂ ਥੋੜ੍ਹਾ ਫਾਸਟ ਚੱਲ ਰਿਹਾ ਕਿਉਂਕਿ ਉਹ ਵਿੱਚ ਤਾਂ ਬਹੁਤ ਲੰਬਾ ਇਤਿਹਾਸ ਹੈ, ਮੈਂ ਉਸ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਫਿਰ ਬੜਾ ਸਮਾਂ ਲੱਗੇਗਾ। ਜਿੱਥੇ ਮੈਂ ਅੱਜ ਪਹੁੰਚਣਾ ਚਾਹੁੰਦੇ ਸੀ ਅੱਜ ਸ਼ਬਦ ਦੇ ਉੱਤੇ ਆ ਕੇ, ਅੰਗਰੇਜ਼ ਜਦੋਂ ਆਏ ਤਾਂ ਅੰਗਰੇਜ਼ਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕਿਤੇ ਵੀ ਧਾਰਮਿਕ ਸਥਾਨ ਜਾਂ ਧਾਰਮਿਕ ਦਖਲ ਅੰਦਾਜ਼ੀ ਨਹੀਂ ਕੀਤੀ, ਨਾ ਹਿੰਦੂ ਦੇ ਵਿੱਚ, ਨਾ ਮੁਸਲਿਮ ਦੇ ਵਿੱਚ, ਨਾ ਕਿਸੇ ਵੀ। ਸਭ ਤੋਂ ਜ਼ਿਆਦਾ ਦਖਲ ਅੰਦਾਜ਼ੀ ਜਿਹੜੀ ਕੀਤੀ ਉਹਨਾਂ ਨੇ ਸਿੱਖਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਜਾਂ ਸਿੱਖੀ ਧਾਰਮਿਕ ਸਥਾਨਾਂ ਦੇ ਵਿੱਚ, ਇਹਦੇ ਵਿੱਚ ਕੀਤੀ। ਹੋਰ ਕਿਸੇ ਨੂੰ ਉਹਨਾਂ ਨੇ ਧਾਰਮਿਕ ਜਗ੍ਹਾ ਨੂੰ ਜਾਂ ਧਾਰਮਿਕ ਉਹਨਾਂ ਦੀ ਜਿਹੜੀਆਂ ਰੀਤੀ ਰਿਵਾਜ ਸੀ ਉਹਨਾਂ ਨੂੰ ਨਹੀਂ ਛੇੜਿਆ। ਕਾਰਨ ਉਹਨਾਂ ਦਾ ਇਹੀ ਸੀ, ਉਹਨਾਂ ਨੂੰ ਪਤਾ ਸੀ ਕਿ ਜੇ ਸਾਡੇ ਖਿਲਾਫ ਕੋਈ ਉੱਠ ਸਕਦਾ, ਜੇ ਸਾਨੂੰ ਕੋਈ ਠੱਲ ਪਾ ਸਕਦਾ ਜਾਂ ਸਾਡੇ ਅਗੇਂਸਟ ਕੋਈ ਖੜਾ ਹੋ ਸਕਦਾ ਤਾਂ ਸਿਰਫ ਪੰਜਾਬ। ਉਹ ਪੰਜਾਬ ਦੇ ਸਿੱਖ ਜਿਹੜੇ ਨੇ ਉਹੀ ਸਾਡੇ ਅਗੇਂਸਟ ਖੜੇ ਹੋ ਸਕਦੇ ਨੇ, ਸਾਨੂੰ ਕੋਈ ਰੋਕਾ ਲਗਾ ਸਕਦਾ, ਕਿਉਂਕਿ ਸਾਰੇ ਜਾਣਦੇ ਆ ਕਿ ਪੰਜਾਬ ਇੱਕ ਕੋਈ ਸਟੇਟ ਨਹੀਂ ਸੀ, ਪੰਜਾਬ ਇੱਕ ਆਪਣੇ ਆਪ ਵਿੱਚ ਇੱਕ ਮੁਲਕ ਸੀ, ਪੂਰਾ ਕੰਟਰੀ ਸੀ ਜਿਹਨੂੰ ਦੇਸ਼ ਪੰਜਾਬ ਕਹਿੰਦੇ ਆ। ਅਤੇ ਇਹੀ ਇੱਥੋਂ ਹੀ ਸਾਡੇ ਬਗਾਵਤ ਦੀ ਜਿਹੜੀ ਆਵਾਜ਼ ਉੱਠ ਸਕਦੀ ਹੈ। ਔਰ ਇਹਨਾਂ ਨੂੰ ਜਿਹੜਾ ਪ੍ਰੇਰਨਾ ਨਾਲ ਜੋ ਕਹਿ ਲਓ ਜਾਂ ਇਹਨਾਂ ਨੂੰ ਜਿਹੜਾ ਐਨਕਰੇਜਮੈਂਟ ਮਿਲਦੀ, ਜਿਹੜੀ ਤਾਕਤ ਮਿਲਦੀ, ਉਹ ਗੁਰਦੁਆਰਿਆਂ 'ਚੋਂ ਮਿਲਦੀ ਹੈ। ਔਰ ਗੁਰਦੁਆਰਿਆਂ ਦੇ ਵਿੱਚ ਹੈਗਾ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ, ਇਹ ਉਹਨਾਂ ਨੂੰ ਬੜੀ ਦੂਰ ਅੰਦੇਸ਼ੀ ਸੀ ਉਹਨਾਂ ਦੀ। ਅਤੇ ਉਹਨਾਂ ਨੇ ਜਿਹੜਾ ਸਭ ਤੋਂ ਜ਼ਿਆਦਾ ਅਟੈਕ ਜਿਹੜਾ ਕੀਤਾ ਉਹ ਗੁਰਦੁਆਰਿਆਂ ਦੇ ਸਿਸਟਮ, ਗੁਰਦੁਆਰਿਆਂ ਦੀ ਜਿਹੜੀ ਮੈਨੇਜਮੈਂਟ ਔਰ ਗੁਰੂ ਗ੍ਰੰਥ ਸਾਹਿਬ ਔਰ ਗੁਰਮਤਿ ਦੇ ਸਿਧਾਂਤ, ਐਜੂਕੇਸ਼ਨ, ਇਹ ਸਾਰਿਆਂ 'ਤੇ ਅਟੈਕ ਕੀਤਾ ਸਿੱਖੀ ਨੂੰ ਕਮਜ਼ੋਰ ਕਰਨ ਵਾਸਤੇ। ਉਹ ਉਹਦੇ 'ਚ ਕਾਮਯਾਬ ਵੀ ਰਹੇ ਬਹੁਤ ਹੱਦ ਤੱਕ। ਸੋ ਇਹ ਸਾਰਾ ਪੀਰੀਅਡ ਜਿਹੜਾ ਚੱਲਦਾ ਰਿਹਾ, ਇਹਦੇ ਵਿੱਚ ਇੱਕ ਹੋਰ ਬੜੀ ਵੱਡੀ ਇੱਕ ਲਹਿਰ ਉੱਠੀ ਸੀ, ਆਰਿਆ ਸਮਾਜੀ ਲਹਿਰ। ਸਵਾਮੀ ਦਇਆਨੰਦ ਦੀ ਤੁਸੀਂ ਪੰਜਾਬ ਦੇ, ਉਹ ਵੀ ਨਾਲ ਹੀ ਇਸੀ ਟਾਈਮ ਪੀਰੀਅਡ ਦੇ ਵਿੱਚ ਸੀ। ਉਹਨੇ ਵੀ ਬੜਾ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਸਿੱਖੀ ਦਾ ਨੁਕਸਾਨ ਕੀਤਾ। ਕਿਤਨੇ ਹੀ ਗਿਣਤੀ ਦੇ ਸਿੱਖ ਜਿਹੜੇ ਹਜ਼ਾਰਾਂ ਦੇ ਹਿਸਾਬ ਨਾਲ ਉਹ ਆਰਿਆ ਸਮਾਜੀ ਵੀ ਬਣੇ, ਕ੍ਰਿਸਚੀਅਨ ਵੀ ਬਣੇ। ਸੋ ਗਿਣਤੀ ਬੜੀ ਘੱਟ ਗਈ ਸੀ। ਉਸ ਤੋਂ ਬਾਅਦ ਹੀ ਇਹ ਆਰਿਆ ਸਮਾਜ ਦੇ ਪੈਰਲਲ ਹੀ ਫਿਰ ਦੂਜੀ ਲਹਿਰ ਉੱਠੀ ਜਿਹਨੂੰ ਅਸੀਂ ਸਿੰਘ ਸਭਾ ਲਹਿਰ ਕਹਿੰਦੇ ਹਾਂ। ਸੋ ਇਹ ਬੜਾ ਇੱਕ ਲੰਬਾ ਇਤਿਹਾਸ ਹੈ। ਉਸ ਇਤਿਹਾਸ ਦੇ ਵਿੱਚ ਅਸੀਂ ਜਾਵਾਂਗੇ ਅਤੇ ਬੜਾ ਲੰਬਾ ਟਾਈਮ, ਮੈਂ ਪਹਿਲੀ ਗੱਲ ਕੀਤੀ, ਅਤੇ
73 ਦੇ ਵਿੱਚ ਜਿਹੜੀ ਹੈ ਉਹ ਸਿੰਘ ਸਭਾ ਲਹਿਰ ਜਿਹੜੀ ਹੈ ਇਹ ਸ਼ੁਰੂ ਹੋਈ। ਔਰ ਇਹਦੇ ਬਾਅਦ ਫਿਰ ਖਾਲਸਾ ਦੀਵਾਨ ਬਣਿਆ, ਉਹਦੇ ਨਾਲ ਹੀ ਪੈਰਲਲ ਫਿਰ ਖਾਲਸਾ ਤੋਂ ਬਾਅਦ ਫਿਰ ਚੀਫ ਖਾਲਸਾ ਦੀਵਾਨ, ਇਸ ਤਰ੍ਹਾਂ ਦੀਆਂ ਵੀ ਚੀਜ਼ਾਂ ਫਿਰ ਇਹ ਜਿਹੜੇ ਜਾਗਰੂਕ ਸੀ ਵਿੱਚ ਲੋਕ ਅਵੇਅਰ ਸੀ, ਸਿੱਖੀ ਦੇ ਨਾਲ ਪਿਆਰ ਕਰਨ ਸੀ, ਉਹਨਾਂ ਨੇ ਇਹ ਸਾਰੀਆਂ ਜਿਹੜੇ ਕੀਤੇ ਨੇ। ਤਾਂ ਤੁਸੀਂ ਦੇਖੋ ਕਿ 1920 ਦੇ ਵਿੱਚ ਜਿਹੜੀ ਹੈ SGPC ਫਾਰਮ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ ਜਿਹੜਾ ਅਸੀਂ ਸੰਭਾਲਾਂਗੇ। 1920 ਦੀ 100 ਸਾਲ ਹੋਏ ਨੇ। ਨਵੰਬਰ 1920 ਦੇ ਵਿੱਚ SGPC ਬਣੀ ਹੈ। ਤੁਸੀਂ ਇਹ ਦੇਖੋ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਦਸੰਬਰ ਦੇ ਵਿੱਚ, ਇਹਦੇ ਵਿੱਚ ਨਵੰਬਰ ਜਿਹੜੇ ਦੇ ਵਿੱਚ SGPC ਦੇ ਵਿੱਚ ਉਹਨਾਂ ਦੇ 25 ਮੈਂਬਰ ਉਹਨਾਂ ਨੇ ਕਮੇਟੀ ਬਣਾਈ ਸੀ ਆਪਣੀ, ਕਿ 25 ਮੈਂਬਰ ਅਸੀਂ ਇਹ ਸਾਰੇ ਗੁਰਦੁਆਰਾ ਦੇ ਪ੍ਰਬੰਧ ਦਾ ਸੰਭਾਲ ਕਰਾਂਗੇ। ਅਗਲੇ ਮਹੀਨੇ ਦਸੰਬਰ ਦੇ ਵਿੱਚ ਅੰਗਰੇਜ਼ਾਂ ਨੇ 36 ਮੈਂਬਰਾਂ ਦੀ ਟੀਮ ਬਣਾ ਦਿੱਤੀ ਕਿ ਪ੍ਰਬੰਧ ਇਹ ਕਰਨਗੇ। ਮਤਲਬ ਉਹਨਾਂ ਦੀ ਦਖਲਅੰਦਾਜ਼ੀ ਇੰਨੀ ਜ਼ਿਆਦਾ ਸੀ। ਖੈਰ ਇੱਕ ਲੰਬਾ ਸੰਘਰਸ਼ ਚੱਲਿਆ 5 ਸਾਲ ਦਾ। 5 ਸਾਲ ਦੇ ਲੰਬੇ ਸੰਘਰਸ਼ ਤੋਂ ਬਾਅਦ ਅੰਗਰੇਜ਼ਾਂ ਨੂੰ SGPC ਨੂੰ ਮਾਨਤਾ ਦੇਣੀ ਪਈ। ਬੜੇ ਮੋਰਚੇ ਲੱਗੇ, ਬੜਾ ਕੁਝ ਹੋਇਆ, ਉਹਦੇ ਵਿੱਚ ਗੁਰਦੁਆਰੇ ਵੀ ਆਜ਼ਾਦ ਹੋਏ, ਨਨਕਾਣਾ ਸਾਹਿਬ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸਾਰੇ ਇੱਕ ਇੱਕ ਕਰਕੇ ਮੋਰਚਿਆਂ ਦਾ ਜ਼ਿਕਰ ਅਸੀਂ ਕਰਾਂਗੇ ਨਾ, ਤੇ ਉਹ ਸਾਰਾ ਪੀਰੀਅਡ ਦੇ ਵਿੱਚ ਹੋਇਆ। ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਸਾਰੀਆਂ ਚੀਜ਼ਾਂ ਜਿਹੜੀਆਂ ਉਸ ਪੀਰੀਅਡ ਦੇ ਵਿੱਚ ਹੋਇਆ। ਸੋ 5 ਸਾਲਾਂ ਤੋਂ ਬਾਅਦ, ਇਸ ਲੰਬੇ ਸੰਘਰਸ਼ ਤੋਂ ਬਾਅਦ ਇਹ SGPC ਨੂੰ ਮਾਨਤਾ ਦਿੱਤੀ ਗਈ, ਗੁਰਦੁਆਰੇ ਆਜ਼ਾਦ ਹੋਏ। ਸਾਰਾ ਇਤਿਹਾਸ ਹੈ ਸਾਡੇ ਸਾਹਮਣੇ। ਔਰ ਲੇਕਿਨ ਇੱਕ ਨਵੀਂ ਚੀਜ਼ ਸਾਡੇ 'ਚ ਪਾ ਦਿੱਤੀ ਗਈ, ਜਿਸ ਤਰ੍ਹਾਂ ਉਹ ਕਹਿੰਦੇ ਨਾ ਦੁੱਧ ਦਾ ਬਾਟਾ ਹੋਏ ਨਾ, ਪੂਰਾ ਵੱਡਾ ਪਤੀਲਾ, ਕਹਿੰਦੇ ਬੜਾ ਪਿਓਰ ਦੁੱਧ ਹੈ, ਪੀਣ ਜਾਏਗਾ, ਉਹਦੇ 'ਚ ਇੱਕ ਬੂੰਦ ਜਿਹੜੀ ਹੈ ਉਹ ਖੱਟੇ ਦੀ ਪਾ ਦਿਓ ਨਾ, ਦੁੱਧ 2 ਪਾੜ ਹੋ ਜਾਵੇ। ਉਸ ਸਿਸਟਮ 'ਤੇ ਉਹਨਾਂ ਨੇ ਕਰ ਦਿੱਤੇ। ਲੇਕਿਨ ਉਹ ਇਲੈਕਸ਼ਨ ਦਾ ਜਿਹੜਾ ਉਹਨਾਂ ਨੇ ਪਾ ਦਿੱਤੀ ਨਾ ਇੱਕ ਬੂੰਦ, ਉਹ ਐਸੀ ਬੂੰਦ ਪਾ ਦਿੱਤੀ ਕਿ ਇਹ ਕੌਮ ਦਾ ਪਾੜ ਹੋਣਾ ਜਿਹੜਾ ਤੈਅ ਸੀ, ਕਿਉਂਕਿ ਇਲੈਕਸ਼ਨ ਤੇ ਇਲੈਕਸ਼ਨ ਹੀ ਹੈ। ਅਤੇ ਵਿਦਵਾਨਾਂ ਦਾ, ਉਸ ਟਾਈਮ ਦੇ ਵਿਦਵਾਨਾਂ ਦਾ ਕਹਿਣਾ ਸੀ ਕਿ ਉਹ ਮਸੰਦ ਤੇ ਤੁਸੀਂ ਕੱਢ ਦਿੱਤੇ ਨੇ, ਮੋਰਚੇ ਲਗਾ ਕੇ, ਸ਼ਹੀਦੀਆਂ ਦੇ ਕੇ, ਸਭ ਕੁਝ ਕਰਕੇ, ਪਰ ਇਹ ਜਿਹੜੇ ਨਵੇਂ ਮਸੰਦ ਬੜੇ ਨੇ ਨਾ, ਇਹਨਾਂ ਨੂੰ ਕੱਢਣਾ ਤੁਹਾਨੂੰ ਹੁਣ ਬੜਾ ਮੁਸ਼ਕਿਲ ਹੋਏਗਾ, ਇਹ ਨਹੀਂ ਨਿਕਲਣਾ। ਉਸ ਟਾਈਮ ਦੇ ਵਿਦਵਾਨਾਂ ਦੇ ਜਿਹੜੇ ਦੂਰਅੰਦੇਸ਼ ਸੀ, ਜਿਨ੍ਹਾਂ ਨੂੰ ਪਤਾ ਸੀ ਕਿ ਵੀ ਹਾਲਾਤ ਕੀ ਹੋਣ ਵਾਲੇ ਨੇ, ਜਾਂ ਉਹ ਉਹਨਾਂ ਦੀ ਇਹ ਦੂਰਅੰਦੇਸ਼ੀ ਦੇ ਇੱਕ ਵਰਡ ਹੈਗੇ ਨੇ। ਕਿਉਂਕਿ ਇਲੈਕਸ਼ਨ ਜਿਹੜਾ ਹੈਗਾ ਉਹ ਤਾਂ ਵੋਟਾਂ ਨਾਲ ਪੈਣਾ, ਸਿਰਾਂ ਦੇ ਨਾਲ ਪੈਣਾ, ਗਿਣਤੀ ਦੇ ਨਾਲ ਪੈਣਾ। ਸਾਡੇ 'ਚੋਂ ਕਈ ਲੋਕ ਕਹਿੰਦੇ ਨੇ ਕਿ ਇਲੈਕਸ਼ਨ ਨਹੀਂ, ਸਿਲੈਕਸ਼ਨ ਹੋਣੀ ਚਾਹੀਦੀ ਹੈ, ਸਿਲੈਕਸ਼ਨ ਸਿਸਟਮ ਹੋਣਾ ਚਾਹੀਦਾ। ਲੇਕਿਨ ਮੈਨੂੰ ਐਸਾ ਲੱਗਦਾ ਸਿਲੈਕਸ਼ਨ ਸਿਸਟਮ ਵੀ ਕੋਈ ਬਹੁਤ ਕਾਮਯਾਬ ਸਿਸਟਮ ਨਹੀਂ ਹੈ, ਕਿਉਂਕਿ ਸਿਲੈਕਸ਼ਨ ਦੇ ਵਿੱਚ ਵੀ ਤੁਸੀਂ ਜਿੰਨੇ ਉਹਦੇ ਵਿੱਚ ਮੈਂਬਰਸ ਨੇ, ਉਹਨਾਂ ਨੂੰ ਕਿਸੇ ਤਰੀਕੇ ਤੁਸੀਂ ਉਹਨੂੰ ਪ੍ਰੇਰ ਲਓ, ਜਾਂ ਉਹਨਾਂ ਨੂੰ ਗੱਲ ਕਰ ਲਓ, ਜਾਂ ਉਹਨਾਂ ਨੂੰ ਆਪਣੇ ਵੱਲ ਕਰ ਲਓ, ਅਤੇ ਉਹ ਸਿਲੈਕਸ਼ਨ ਦੇ ਵਿੱਚ ਵੀ ਜਿਹੜੀ ਹੈ ਉਹ ਦਿੱਕਤ ਆ ਸਕਦੀ ਹੈ। ਸੋ ਇਹ ਸਿਲੈਕਸ਼ਨ ਦੇ ਵਿੱਚ ਵੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਨਤਾਈ ਹੋ ਸਕਦੀ ਹੈ। ਗੁਰਮਤ ਦਾ ਜਿਹੜਾ ਸਿਧਾਂਤ ਹੈ, ਨਾ ਉਹ ਇਲੈਕਸ਼ਨ ਹੈ, ਨਾ ਉਹ ਸਿਲੈਕਸ਼ਨ ਹੈ, ਉਹ ਹੈ ਐਲੀਜੀਬਿਲਟੀ। ਬੰਦਾ ਐਲੀਜੀਬਲ ਹੈ ਕਿ ਨਹੀਂ, ਬੰਦਾ ਜਿਹੜਾ ਕਹਿ ਰਿਹਾ ਉਹ ਕਾਬਲ ਹੈ ਕਿ ਨਹੀਂ, ਬਸ ਇੰਨੀ ਗੱਲ ਹੈ। ਤਖਤ ਪਏ ਤਖਤੇ ਕੇ ਲਾਇਕ ਜਿਹੜੀ ਗੱਲ ਹੈ ਨਾ, ਉਹ ਹੈਗਾ ਕਿ ਉਹ ਬੈਠੇ। ਸਿਲੈਕਸ਼ਨ ਜਿਹੜੀ ਗੁਰੂ ਸਾਹਿਬ ਨੇ ਵੀ ਕੀਤੀ ਨਾ, ਉਹ ਹਜ਼ਾਰਾਂ ਦੇ ਵਿੱਚੋਂ ਜਿਹਨੂੰ ਚੁਣਿਆ ਨਾ, ਉਹਨੂੰ ਕਾਬਲ ਨੂੰ ਚੁਣਿਆ, ਨਾ ਕਿ ਉਹਨੂੰ ਉਸ ਟਾਈਮ ਇਹ ਕਹਿ ਦਿੱਤਾ ਕਿ ਸੰਗਤਾਂ ਨੂੰ ਕਿ ਚਲੋ ਤੁਸੀਂ ਸਿਲੈਕਟ ਕਰ ਲਓ ਜੀ, ਕਿਹੜਾ ਅਗਲੀ ਭਾਈ ਲੈਣੇ ਦੀ, ਜਾਂ ਆਪ ਸਿਲੈਕਸ਼ਨ ਜਿਹੜੀ ਕੀਤੀ ਨਾ ਉਹ ਕਾਬਲ ਨੂੰ ਕੀਤੀ ਹੈ, ਨਾ ਕਿ ਉਹਦੇ ਵਿੱਚੋਂ ਤੁਸੀਂ ਸਾਰਿਆਂ ਨੂੰ ਕਹਿ ਦਿੱਤਾ ਕਿ ਪਰਚੀ ਪਾ ਲਓ, ਜਾਂ ਛਾਂਟ ਲਓ, ਜਾਂ ਕਿਹੜਾ ਹੈਗਾ, ਇਸ ਤਰ੍ਹਾਂ ਨਹੀਂ ਕੀਤਾ। ਸੋ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਉਹ ਸਾਡੇ 'ਚ ਐਲੀਜੀਬਿਲਟੀ ਦੀ ਹੈ। ਉਹ ਐਲੀਜੀਬਲ ਹੈ ਬੰਦਾ, ਉਹਨੂੰ ਕੀ ਆਉਂਦਾ ਜਾਂ ਕੀ ਉਹਦੇ ਕਾਬਲ ਹੈ ਕਿ ਨਹੀਂ, ਜਿਹੜੀ ਸੀਟ ਉਹਨੂੰ ਦੇ। ਸੋ ਇੱਕ ਸਿਲਸਿਲਾ ਜਿਹੜਾ ਹੈ ਉਹ ਚੱਲਦਾ ਰਿਹਾ ਇਲੈਕਸ਼ਨ ਵਾਲਾ, ਔਰ ਜਿਹੜੀਆਂ ਸਾਡੇ 'ਚ ਜਿਹੜੀਆਂ ਕੁਮਤਾਈਆਂ ਜਿਹੜੀਆਂ ਵੱਧਦੀਆਂ ਗਈਆਂ, ਉਹ ਐਸਾ ਆ ਗਿਆ ਕਿ ਅਸੀਂ ਉਹਨੂੰ ਹਟਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ। ਉਹ ਕਰਦੇ ਕਰਦੇ ਅੱਜ ਜਿਹੜਾ ਹੈ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਸਾਡੇ 'ਤੇ ਆ ਗਏ। ਸਾਡਾ ਕੋਈ ਇੱਥੇ ਸਿਆਸੀ ਕੋਈ ਮਸਲਾ ਨਹੀਂ ਹੈ, ਲੇਕਿਨ ਕਿਉਂਕਿ ਸਾਡਾ ਸੰਬੰਧ ਗੁਰਦੁਆਰੇ ਦੇ ਨਾਲ ਹੈ, ਸਾਡਾ ਜ਼ਿੰਦਗੀ ਦਾ ਹਰ ਮਸਲਾ ਜਿਹੜਾ ਹੈ, ਜੀਵਨ ਦੀ ਖੁਸ਼ੀ ਗਮੀ, ਭਾਵੇਂ ਜੰਮਣਾ ਮਰਨਾ, ਵਿਆਹ, ਆਨੰਦ ਕਾਰਜ, ਕੁਛ ਵੀ ਸਾਡਾ ਹੁੰਦਾ, ਅਤੇ ਸਾਡਾ ਸਭ ਤੋਂ ਪਹਿਲਾ ਕਦਮ ਜਿਹੜਾ ਹੈ ਗੁਰਦੁਆਰੇ ਵੱਲ ਹੁੰਦਾ ਕਿ ਅਸੀਂ ਉੱਥੇ ਜਾਣਾ। ਔਰ ਗੁਰਦੁਆਰਾ ਸਾਡੇ ਜੀਵਨ ਦਾ ਬੜਾ ਹੀ
कीमती, बड़ा ही जरूरी, बड़ा ही अहम जिहड़ा है वो हिस्सा रोल है साडा सारी जिंदगी का, जम्मण तो लैके मरण तक का। सो ਉਹ ਇਹਨਾਂ ਗੁਰਦੁਆਰਿਆਂ ਦੇ ਨਾਲ ਸਾਡਾ ਜਿਹੜਾ ਬੜਾ ਗੂੜਾ ਸੰਬੰਧ ਹੈ, ਸਾਡੀ ਜ਼ਿੰਦਗੀ ਦੇ ਨਾਲ, ਸਾਡੀ ਆਉਣ ਵਾਲੀ ਪਨੀਰੀ ਦੇ ਨਾਲ, ਸਾਡੇ ਹਰ ਇੱਕ ਚੀਜ਼ ਦੇ ਨਾਲ, ਸਾਡੇ ਜੀਵਨ ਦੇ ਵਿਵਹਾਰ ਨਾਲ। ਸੋ ਇਹਨਾਂ ਦੇ ਵਿੱਚ ਅਸੀਂ ਕੋਈ ਸਾਡਾ ਸੀ ਮਸਲਾ ਨਹੀਂ ਕਿ ਕਿਹਨੂੰ ਵੋਟ ਦੇਣੀ ਹੈ ਤੇ ਕਿਹਨੂੰ ਨਹੀਂ ਦੇਣੀ, ਜਾਂ ਕਿਹੜਾ ਚੰਗਾ ਕਿਹੜਾ ਮਾੜਾ, ਉਹਨੂੰ ਅਲੱਗ। ਅਸੀਂ ਗੱਲ ਜਿਹੜੀ ਹੈ ਉਹ ਇੱਕ ਗੁਰਮਤ ਦੇ ਸਿਧਾਂਤਾਂ ਦੀ ਜਾਂ ਉਸ ਢੰਗ ਦੇ ਨਾਲ ਗੱਲ ਕਰ ਰਹੇ ਕਿ ਬਈ ਐਕਚੁਅਲ ਦੇ ਵਿੱਚ ਇਸ ਮੈਨੇਜਮੈਂਟ ਕਮੇਟੀ ਦਾ ਜਾਂ ਇੱਕ ਇਸ ਦਾ ਉਹਦਾ ਕੀ ਰੋਲ ਹੈ, ਇਹ ਸਾਨੂੰ ਸਮਝਣਾ ਚਾਹੀਦਾ। ਸਾਨੂੰ ਕਈ ਕਹਿੰਦੇ ਕੀ ਕਰਨਾ, ਕਿਹਨੂੰ ਦੇਣਾ ਜੀ ਵੋਟ, ਉਹ ਸਾਡਾ ਆਪਣਾ ਮਸਲਾ। ਲੇਕਿਨ SGPC ਦਾ ਜਾਂ ਦਿੱਲੀ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਕੀ ਹੈ, ਕੀ ਕੰਮ ਹੈ, ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਵਾਸਤੇ ਉਹ ਇੱਥੇ ਬੈਠੇ ਨੇ। ਜੇਕਰ ਇਹਨਾਂ ਦਾ ਇੱਕ ਕੰਮ ਹੈ ਤਾਂ ਉਹ ਹੈ ਗੁਰਬਾਣੀ ਦਾ ਪ੍ਰਚਾਰ, ਗੁਰਮਤ ਸਿਧਾਂਤਾਂ ਦੀ ਸੋਝੀ ਦੇਣੀ, ਐਜੂਕੇਸ਼ਨ ਦੇ ਕੰਮ ਕਰਨਾ, ਸਿੱਖ ਇਤਿਹਾਸ ਦੀ ਜਾਣਕਾਰੀ ਦੇਣਾ, ਇਕਨੋਮਿਕਲੀ ਜਿਹੜਾ ਹੈਗਾ, ਫਾਈਨੈਂਸ਼ੀਅਲੀ ਔਰ ਇਕਨੋਮਿਕਲੀ ਜਿਹੜਾ ਹੈਗਾ ਉਹ ਸਿੱਖਾਂ ਨੂੰ, ਸਿੱਖੀ ਦਾ ਜਿਹੜਾ ਹੈ ਉਹ ਵਧਾਵਾ ਕਰਨਾ, ਉਹਨਾਂ ਨੂੰ ਸਪੋਰਟ ਕਰਨੀ, ਇਹ ਸਾਰੇ ਕੰਮ ਹੈਗੇ ਇੱਕ ਕਮੇਟੀ ਦੇ। ਪਰ ਸਾਨੂੰ ਕਰਕੇ ਕੀ ਦਿਖਾਏ ਜਾਂਦੇ ਨੇ ਉਹ ਵੀ ਸਾਡੇ ਸਾਹਮਣੇ ਨੇ। ਅਸੀਂ ਲੰਗਰ ਲਗਾਏ, ਲੰਗਰ ਲਗਾਉਣਾ ਸੀ, ਤੁਸੀਂ ਆਏ ਸੀ ਨਹੀਂ। ਗੁਰਦੁਆਰਾ ਕਮੇਟੀ ਦਾ ਜਿਹੜਾ ਮੇਨ ਕੰਮ ਹੈ ਉਹ ਕੋਈ ਲੰਗਰ ਲਗਾਉਣਾ ਨਹੀਂ ਹੈ, ਲੰਗਰ ਲਗਾਉਣਾ ਅਸੀਂ ਉਹ ਇੱਕ ਹਿੱਸਾ ਹੈ, ਇੱਕ ਪਾਰਟ ਹੈ, ਮੇਜਰ ਕੰਮ ਨਹੀਂ ਹੈ। ਮੇਜਰ ਕੰਮ ਜਿਹੜਾ ਹੈ ਸਾਨੂੰ ਗਿਣਾਇਆ ਜਾਂਦਾ ਕਿਸੇ ਨੇ ਲੰਗਰ ਲਗਾਏ ਨਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੇਜਰ ਕੰਮ ਕੋਈ ਹਸਪਤਾਲ ਖੋਲ੍ਹਣਾ, ਉਹ ਹਿੱਸਾ ਚਲੋ ਖੋਲ੍ਹਦਾ ਕੋਈ ਬੰਦਾ, ਕੋਈ ਨਾਲ ਉਹਦਾ ਇੱਕ ਪਾਰਟ ਹੈ ਨਾ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਹਿੱਸਾ ਦਾ ਗੁਰਦੁਆਰੇ ਦੀ ਗੁਰਮਤ ਸਿਧਾਂਤਾਂ ਦਾ ਕਿੰਨਾ ਉਹਦੇ ਵਿੱਚ ਜ਼ੋਰ ਹੈ, ਕਿੰਨਾ ਪ੍ਰਚਾਰਿਆ ਜਾਂਦਾ ਹੈ, ਗੁਰਬਾਣੀ ਕਿੰਨੀ ਪੜ੍ਹੀ ਜਾਂਦੀ ਹੈ, ਕਿੰਨੀ ਸੁਣੀ ਜਾਂਦੀ ਹੈ, ਕਿੰਨਾ ਤੁਸੀਂ ਸਿੱਖ ਇਤਿਹਾਸ ਦੱਸਿਆ, ਕਿੰਨੇ ਬੱਚਿਆਂ ਨੂੰ ਪ੍ਰੇਰਿਆ, ਕੀ ਤੁਸੀਂ ਪ੍ਰਚਾਰ ਕੀਤਾ, ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਨਾ ਕਿ ਅਸੀਂ ਗਿਣਤੀ ਜਿਹੜੀ ਅਸੀਂ ਕਰਦੇ ਹਾਂ ਨਾ, ਅਸੀਂ ਇਹੀ ਦੇਖਦੇ ਹਾਂ ਇਹਨਾਂ ਨੇ ਪਿਛਲੇ ਸਾਲ ਕਿੰਨੇ ਲੰਗਰ ਲਾਏ ਸੀ, ਕਿੰਨੇ ਨਗਰ ਕੀਰਤਨ ਕੱਢੇ ਸੀ, ਕਿੰਨਾ ਇਹਨਾਂ ਨੇ ਰੈਲੀਆਂ ਕੀਤੀਆਂ ਨੇ, ਕਿੰਨੇ ਇਹਨਾਂ ਨੇ ਜੇਲ੍ਹਾਂ 'ਚ ਛੁਡਾ ਦਿੱਤੇ ਨੇ, ਕਿੰਨੇ ਇਹਨਾਂ ਨੇ ਹਸਪਤਾਲ ਬਣਾ ਦਿੱਤੇ, ਕੀ ਇਹਨਾਂ ਨੇ ਬਿਲਡਿੰਗ ਬਣਾ ਦਿੱਤੀ। ਬਿਲਡਿੰਗ ਬਣਾਉਣਾ ਪ੍ਰਬੰਧਕ ਕਮੇਟੀ ਦਾ ਇੱਕ ਪਾਰਟ ਹੈ, ਉਹਦਾ ਮੇਜਰ ਕੰਮ ਨਹੀਂ ਹੈ। ਮੇਜਰ ਕੰਮ ਇਹ ਹੈਗੇ ਨੇ ਔਰ ਇਹਦਾ ਕੋਈ ਜ਼ਿਕਰ ਨਹੀਂ ਹੁੰਦਾ। ਇਹ ਸਾਡੇ ਐਨਾਲਿਸਿਸ ਵਿੱਚ ਵੀ ਨਹੀਂ ਆਉਂਦਾ ਕਿ ਇਹਨਾਂ ਨੇ ਇਹ ਕੀ ਕੀਤਾ, ਜਾਂ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ, ਇਹਨਾਂ ਦੇ ਏਜੰਡੇ ਦੇ ਵਿੱਚ ਕੀ ਹੈਗਾ, ਅਸੀਂ ਚੈੱਕ ਵੀ ਨਹੀਂ ਕਰਦੇ। ਸੋ ਉਹ ਜਿਹੜੀ ਸਥਿਤੀ ਜਿਹੜੀ ਸਾਡੀ ਅੱਜ ਦੀ ਬਣ ਗਈ ਹੈ, ਸਾਰੇ ਹਰ ਇੱਕ ਅਸੀਂ ਦੇਖਦੇ ਹਾਂ। ਮੈਂ ਜਿਹੜੀ ਗੱਲਬਾਤ ਜਿੰਨੀ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ, ਜਾਂ ਤਕਰੀਬਨ ਆਮ ਸਿੱਖ ਜਿਹੜਾ ਕਿ ਕਿਸੇ ਪਾਰਟੀ ਨਾਲ ਜਾਂ ਕਿਸੇ ਰਾਜਸੀ ਉਹਦੇ ਨਾਲ ਨਹੀਂ ਜੁੜਿਆ ਹੋਇਆ, ਉਹ ਕਨਫਿਊਜ਼ਡ ਹੈ ਕੀ ਕਰੀਏ ਤੇ ਕੀ ਨਾ ਕਰੀਏ। ਸੋ ਉਸੇ ਕਨਫਿਊਜ਼ਨ ਦੀ ਜਿਹੜੀ ਹੈ ਅੱਜ ਇੱਕ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ, ਜੋ ਅੱਜ ਸ਼ਬਦ ਦਾ ਅਸੀਂ ਰੱਖਿਆ, ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਅਸੀਂ ਇੱਕੋ ਖੂਹ ਦੇ ਡੱਡੂ ਵਾਕਣ ਬਸ ਸਾਡਾ ਸੋਚ ਜਿਹੜੀ ਨੇ ਉੱਥੇ ਤੱਕ ਹੀ ਹੁੰਦੀ ਹੈ ਕਿ ਪਿਛਲੀ ਜਿਹੜੀ ਪਾਰਟੀ ਹੈ, ਕੋਈ ਦੇਸ਼ ਵਿਦੇਸ਼ ਪਤਾ ਹੀ ਨਹੀਂ ਕਿ ਉਹਨਾਂ ਦਾ ਕੰਮ ਕੀ ਹੈ, ਉਹਨਾਂ ਨੇ ਕੀਤਾ ਕੀ ਹੈ ਪਿਛਲੇ 5-4 ਸਾਲਾਂ ਵਿੱਚ। ਜਿਹੜੀ ਪਾਰਟੀ ਇਸ ਟਾਈਮ ਕਾਬਜ਼ ਹੈ ਉਹ, ਤੇ ਜਾਂ ਜਿਹੜੇ ਦੂਸਰੇ ਬੰਦੇ ਪਹਿਲੇ ਨਿਕਲ ਚੁੱਕੇ ਨੇ, ਜਾਂ ਦੂਸਰੇ ਜਿਹੜੇ ਆਉਣਾ ਚਾਹੁੰਦੇ ਨੇ, ਉਹਨਾਂ ਦਾ ਏਜੰਡਾ ਕੀ ਹੈ। ਖੂਹ ਦੇ ਡੱਡੂ ਵਾਂਗੂ ਬਸ ਅਸੀਂ ਇੰਨਾ ਹੀ ਜਾਣਦੇ ਹਾਂ ਕਿ ਹਾਂ ਜੀ ਇਹਨਾਂ ਨੇ ਕੀ ਇਹਨਾਂ ਨੇ ਕਿੰਨੇ ਬਿਲਡਿੰਗ ਬਣਾਤੀ ਸੀ, ਇਹਨਾਂ ਨੇ ਪਿਛਲੇ ਸਾਲ ਰੈਲੀ ਕਰ ਦਿੱਤੀ ਸੀ, ਇਹਨਾਂ ਨੇ ਇੰਨਾ ਵੱਡਾ ਨਗਰ ਕੀਰਤਨ ਕਰ ਦਿੱਤਾ ਸੀ, ਇਹਨਾਂ ਨੇ ਇੰਨਾ ਵੱਡਾ ਲੰਗਰ ਲਗਾ ਦਿੱਤਾ ਸੀ, ਬਸ ਇੱਥੇ ਤੱਕ ਹੀ। ਕਛ ਦੇਸ਼ ਵਿਦੇਸ਼ ਨਾ ਸੂਝ, ਸਾਨੂੰ ਪਤਾ ਹੀ ਨਹੀਂ। ਐਸੇ ਮੇਰਾ ਮਨ ਵਿਖਿਆ ਬਿਬ ਹੋਇਆ, ਕਛ ਆਰਾ ਪਾਰ ਨਾ ਸੂਝ। ਸੋ ਸਾਰੀ ਸਾਡੀ ਗੱਲ ਜਿਹੜੀ ਹੈ ਉੱਥੇ ਤੱਕ ਇੰਨੇ ਤੱਕ ਹੀ ਹੈ ਕਿ ਇਹਨਾਂ ਨੇ ਉਹ ਸਾਨੂੰ ਦੱਸਦੇ ਨੇ ਆਰਾ ਪਾਰ। ਕਿਉਂਕਿ ਸਾਡਾ ਦੇਖੋ, ਸਾਡੇ ਜੋ ਆਮ ਲੋਕੀ ਪਤਾ ਕੀ ਕਹਿੰਦੇ ਨੇ, ਚਲੋ ਜਿਹੜਾ ਆਏ ਅਸੀਂ ਕੀ ਲੈਣਾ, ਜਿਹੜਾ ਮਰਜ਼ੀ ਆਏ ਅਸੀਂ ਕੀ ਲੈਣਾ, ਇਹ ਆਮ ਲਫ਼ਜ਼ ਹੈਗੇ ਨੇ। ਪਰ ਨਹੀਂ, ਐਸਾ ਨਹੀਂ ਕਹਿ ਸਕਦਾ ਕਿ ਜਿਹੜਾ ਮਰਜ਼ੀ ਆਏ ਅਸੀਂ ਕੀ ਲੈਣਾ, ਅਸੀਂ ਕਿਉਂ ਨਹੀਂ ਲੈਣਾ। ਗੁਰਦੁਆਰੇ ਦਾ ਸਾਡਾ ਸੰਬੰਧ ਜਿਹੜਾ ਹੈ ਉਹ ਜੀਵਨ ਤੋਂ ਲੈ ਕੇ ਮਰਨ ਤੱਕ ਸਾਡਾ ਸੀ। ਹੁਣੇ ਗੱਲ ਕੀਤੀ ਹੈ, ਕਿਹੜਾ ਐਸਾ ਜ਼ਿੰਦਗੀ ਦਾ ਸਾਡਾ ਸਟੈਪ ਹੈ, ਚਾਹੇ ਆਨੰਦ ਕਾਰ ਹੈ, ਚਾਹੇ ਕਿ ਬੱਚੇ ਦਾ ਨਾਮ ਕਰਨਾ ਹੈ, ਵਿਆਹ, ਕੁਛ ਵੀ ਲੈ ਲਓ, ਜਿਹੜਾ ਸਾਡੇ ਗੁਰਦੁਆਰੇ ਤੋਂ
ਇਲਾਵਾ ਸਾਡਾ ਕੁਝ ਹੁੰਦਾ ਹੋਵੇ, ਕੁਝ ਵੀ ਜ਼ਿੰਦਗੀ ਦਾ ਕੰਮ, ਕੋਈ ਨਵਾਂ ਮਕਾਨ ਲੈਂਦਾ ਹੈ, ਕੋਈ ਨਵਾਂ ਬਿਜ਼ਨਸ ਕਰਦਾ ਹੈ, ਕੋਈ ਕੁਝ ਵੀ ਹੁੰਦਾ ਘਰ ਦੇ 'ਚ, ਕੋਈ ਸੰਤਾਨ, ਕੁਝ ਵੀ ਹੁੰਦਾ, ਉਹ ਸਾਡਾ ਸੰਬੰਧ ਜਿਹੜਾ ਸਿੱਧਾ ਗੁਰਦੁਆਰੇ ਨਾਲ ਹੁੰਦਾ। ਪਰ ਸਾਡਾ ਮਨ ਐਸਾ, ਮੇਰਾ ਮਨ ਵਿਖਿਆ ਬਿਮੋਇਆ, ਵਿਖਿਆ, ਉਹ ਵਿਖਿਆ ਦੇ ਵਿੱਚ ਹੀ ਸਾਨੂੰ ਬਸ ਇੰਨਾ ਹੀ ਕੰਮ ਹੈ ਕਿ ਅਸੀਂ ਕੰਮ ਤੋਂ ਘਰ, ਘਰ ਤੋਂ ਕੰਮ, ਬਸ ਸਾਡਾ ਇੰਨਾ ਹੀ ਕੰਮ ਹੈ। ਅਸੀਂ ਸਾਡੇ ਕੋਈ ਪੁੱਛੇ ਵੀ ਹਾਂ ਵੀ ਕਿ ਕਦੇ ਅਸੀਂ ਕੀ ਲੈਣਾ ਜੀ, ਜੋ ਹੁੰਦਾ ਹੋਏ, ਜਿਹੜਾ ਮਰਜ਼ੀ ਆਏ, ਅਸੀਂ ਕੀ ਕਰਨਾ। ਮੇਰਾ ਮਨ ਉਹ ਵਿਖਿਆ ਦੇ ਵਿੱਚ ਹੀ ਉਹ ਬਿਮੋਇਆ ਹੈ। ਜੇ ਸਾਨੂੰ ਕੋਈ ਪੁੱਛੇ ਵੀ ਸਾਰਾ ਦਿਨ ਤੁਸੀਂ ਘਰੋਂ ਕੰਮ, ਕੰਮ ਤੇ ਘਰ ਕਰਦੇ ਇਹੀ ਲੱਗੇ ਹੋਏ, ਸਾਰੀ ਜ਼ਿੰਦਗੀ ਹੋ ਗਈ, ਕਰਦੇ ਕਿਹਦੇ ਵਾਸਤੇ ਪਏ ਹੋ? ਤੇ ਮੈਕਸਿਮਮ ਜਵਾਬ ਆਈ ਹੈ 99% ਬੱਚਿਆਂ ਵਾਸਤੇ। ਅਸੀਂ ਕੀ ਕਰਨਾ, ਬੱਚਿਆਂ ਵਾਸਤੇ ਕਰਦੇ ਪਏ ਹਾਂ। ਔਰ ਬੱਚਿਆਂ ਵਾਸਤੇ ਫਿਰ ਤੁਹਾਡੇ ਕੀ ਹੈਗਾ ਅੱਗੇ ਫਿਊਚਰ? ਜਿਨ੍ਹਾਂ ਬੱਚਿਆਂ ਵਾਸਤੇ ਤੁਸੀਂ ਸਾਰੀ ਦੌਲਤ ਜੋੜਦੇ ਪਏ ਹੋ, ਉਹ ਬੱਚੇ ਤੁਹਾਡੇ ਕਿਸ ਪਾਸੇ ਚਲੇ ਜਾਣਗੇ, ਜਾਂ ਉਹਨਾਂ ਦਾ ਮਾਹੌਲ ਕੀ ਬਣ ਰਿਹਾ, ਜਾਂ ਉਹ ਤੁਹਾਡੀ ਦੌਲਤ ਸੰਭਾਲਣਗੇ ਕਿ ਨਹੀਂ ਸੰਭਾਲਣਗੇ, ਜਾਂ ਉਹ ਆਪਣਾ ਜੀਵਨ ਕਿਹੋ ਜਿਹਾ ਬਣ ਰਿਹਾ ਉਹਨਾਂ ਦਾ। ਇਹਦੇ ਸਾਡੇ ਵਾਸਤੇ ਉਹ ਗੁਰਦੁਆਰੇ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਜੇ ਗੁਰਦੁਆਰੇ 'ਚੋਂ, ਉਸ ਸਿਸਟਮ ਦੇ ਵਿੱਚੋਂ, ਉਸ ਮੈਨੇਜਮੈਂਟ ਦੇ ਵਿੱਚੋਂ ਸਾਨੂੰ ਉਹ ਚੀਜ਼ ਬੱਚਿਆਂ ਵਾਸਤੇ ਸਾਨੂੰ ਨਹੀਂ ਮਿਲ ਰਹੀ, ਔਰ ਅਸੀਂ ਕਰ ਸਾਰਾ ਕੁਝ ਬੱਚਿਆਂ ਵਾਸਤੇ ਰਹੇ ਹਾਂ, ਤਾਂ ਕੀ ਸਾਡਾ ਸੰਬੰਧ ਗੁਰਦੁਆਰੇ ਦੇ ਨਾਲ ਨਹੀਂ ਬਣਦਾ? ਬਿਲਕੁਲ ਬਣਦਾ। ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ, ਜੋ ਮਰਜ਼ੀ ਹੋਏ, ਜੋ ਮਰਜ਼ੀ ਆਏ, ਅਸੀਂ ਕੀ ਕਰਨਾ? ਹੁਣ ਇਹਦੇ ਵਿੱਚੋਂ ਕਹਿੰਦੇ ਨੇ, ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਰਹਾਓ। ਮੈਨੂੰ ਬਸ ਉਹ ਚਾਨਣ ਦੇ, ਮੈਨੂੰ ਉਹ ਸੋਝੀ ਦੇ, ਮੈਨੂੰ ਉਹ ਸਮਝ ਦੇ, ਇੱਕ ਛਿਨ ਦਰਸ, ਉਹ ਦਰਸ ਭਾਵ ਉਹ ਰੋਸ਼ਨ ਦਿਮਾਗ ਕਰਕੇ ਮੈਨੂੰ ਇਹ ਪਛਾਣ ਹੋ ਸਕੇ ਕਿ ਕੀ ਸਹੀ ਹੈ ਤੇ ਕੀ ਗਲਤ ਹੈ, ਕੀ ਕਰਾਂ ਤੇ ਕੀ ਨਾ ਕਰਾਂ। ਬੜਾ ਜ਼ਰੂਰੀ ਹੈ। ਜਿੰਨੇ ਵੀ ਆਉਂਦੇ ਨੇ ਸਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹ ਮੈਨੇਜਰ ਨੇ, ਲੀਡਰ ਨਹੀਂ ਨੇ। ਲੀਡਰ ਔਰ ਮੈਨੇਜਰ 'ਚ ਫਰਕ ਹੁੰਦਾ, ਅਸੀਂ ਫਰਕ ਹੀ ਨਹੀਂ ਕਰ ਪਾਏ, ਇਹ ਸੋਝੀ ਨਹੀਂ ਆਈ ਸਾਨੂੰ। ਅਸੀਂ ਉਹਨਾਂ ਨੂੰ ਕਹਦੇ ਸਾਡੇ ਆਗੂ ਨੇ ਜੀ, ਸਾਡੇ ਲੀਡਰ, ਉਹਦਾ ਦਾ ਕੰਮ ਸਿਰਫ ਮੈਨੇਜ ਕਰਨਾ, ਪ੍ਰਬੰਧ ਕਰਨਾ। ਔਰ ਪ੍ਰਬੰਧ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਜਿਹੜੀਆਂ ਕਿ ਸਾਨੂੰ ਉਹ ਨਹੀਂ ਹੋ ਪਾ ਰਹੀਆਂ। ਮਲਨ ਪਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ, ਕਰੋ ਕਿਰਪਾ ਭ੍ਰਮ ਚੁੱਕਈ, ਮੈਂ ਸੁਮਤ ਦੇਹ ਸਮਝਾਏ। ਮਤ ਮਲਨ ਹੋ ਗਈ ਹੈ, ਪਤਾ ਹੀ ਨਹੀਂ ਲੱਗਦਾ ਪਿਆ ਸਾਨੂੰ। ਸਾਨੂੰ ਕੋਈ ਅੱਜ ਦੱਸਦਾ ਮੈਂ ਇੰਨੇ ਬੰਦੇ ਛੁਡਾ ਦਿੱਤੇ ਜੀ ਜੇਲ੍ਹਾਂ 'ਚ, ਕੀ ਅਸੀਂ ਉਹ ਦਿਨ ਭੁੱਲ ਗਏ ਆ? ਬੰਗਲਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਬਚਿੱਤਰ ਨਾਟਕ ਦੀ ਕਥਾ ਕੀਤੀ ਗਈ ਸੀ। 8 ਦਿਨ ਕਮਾਲ ਹੋ ਗਈ ਸੀ ਉਸ ਦਿਨ ਤੇ। ਔਰ ਸਾਡੇ ਤੋਂ ਕਈਆਂ ਨੂੰ ਫਿਰ ਵੀ ਨਹੀਂ ਪਤਾ ਲੱਗਾ ਕੀ ਹੋਇਆ। ਸਾਨੂੰ ਅੱਜ ਦੱਸਿਆ ਜਾ ਰਿਹਾ ਕਿ ਇਹ ਕਰਤਾ। ਸਾਨੂੰ ਉਸ ਟਾਈਮ ਸਾਨੂੰ ਉਹ ਸਮਾਂ ਵੀ ਭੁੱਲ ਜਾਂਦਾ, ਉਹ ਵਕਤ ਵੀ ਭੁੱਲ ਜਾਂਦਾ। ਪਿਛਲੇ 4-5 ਸਾਲ ਦੀ ਕਾਰਗੁਜ਼ਾਰੀਆਂ, ਜਿੰਨੀਆਂ ਵੀ ਪਾਰਟੀਆਂ, ਮੈਂ ਕਿਸੇ ਦਾ ਉਹ ਪੱਖ ਜਾਂ ਵਿਪੱਖ ਦੀ ਗੱਲ ਨਹੀਂ ਕਰ ਰਿਹਾ, ਇਸ ਪੁਆਇੰਟ ਦੇ ਉੱਤੇ ਕੋਈ ਵੀ ਕਲੀਅਰ ਨਹੀਂ ਹੈਗਾ, ਬਲਕਿ ਸਾਰੇ ਫੇਵਰ ਦੇ 'ਚ ਹੀ ਹੈਗੇ ਨੇ। ਉਸ ਬਚਿੱਤਰ ਨਾਟਕ ਦੀ ਕਥਾ ਕਰਨ ਦੇ ਵਿੱਚ, ਉਸ ਬਚਿੱਤਰ ਨਾਟਕ ਦੀ ਫੇਵਰ ਦੇ ਸਾਰੀਆਂ ਜਿੰਨੇ ਵੀ ਖੜੇ ਹੋਏ ਨੇ, ਜਿੰਨੇ ਵੀ ਹੈਗੇ ਨੇ, ਤੁਸੀਂ ਸਾਰਿਆਂ ਨੂੰ ਪਰਖ ਲਓ। ਜਿੰਨੇ ਵੀ 4-5 ਹੈਗੇ ਨੇ ਸਾਰੇ, ਅਸੀਂ ਕਿਸ ਤਰ੍ਹਾਂ ਕਿਸੇ ਤੋਂ ਵੀ ਉਮੀਦ ਕਰ ਸਕਦੇ ਹਾਂ ਕਿ ਇਹ ਆਣਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਾਂ ਦਾ ਪ੍ਰਚਾਰ ਹੋਏਗਾ? ਇਹ ਸੁਮਤ ਸਾਨੂੰ ਕਿੱਥੋਂ ਆਏਗੀ? जोगीसर पावे नहीं तो गुण कथन अपार, प्रेम भगत के कारणे कहो रविदास चमार। सोल्यूशन दे रहे ने, प्रेम भगत के कारण, तेरे गुण उस रब्बी गुण अथाह ने, गुरमत का सिद्धांत इन्हां दे गुण अथाह ने। मैनू किस तरह पता लगे? प्रेम भगत के कारण है। केवल ते केवल मैनू अपनी अवेयरनैस, प्रेम भगत उस गुरमत दे नाल प्यार, उस गुरबाणी दे नाल प्रेम, उस गुरमत सिद्धांतां दी समझ, उहदा अवेयरनैस, उहदी सोझी, उहदा ज्ञान बचा सकता है। असीं किसी कोल पुछदे रहांगे, कोई नहीं दस सकता की करिए ते की ना करिए। आप इहदा सोल्यूशन ते
ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ ਨਾ ਕਿ ਉਹ ਜਿਹੜਾ ਹੈ ਸੁਧਾਰ ਦੀ ਗੱਲ ਕੀਤੀ ਸੀ, ਉਹ ਇੱਕ ਦਿਨ ਦੇ ਵਿੱਚ ਨਹੀਂ ਹੋ ਗਿਆ। ਕਈ ਸਾਲ ਲੱਗੇ ਉਹਨੂੰ, ਕਈ ਸਾਲ ਉਸ ਗੁਰਦੁਆਰਾ ਜਿਹੜੀ ਉਹ ਲਹਿਰ ਚੱਲਣ ਦੇ ਵਿੱਚ, ਉਹਦੇ 'ਚ ਕਾਮਯਾਬੀ ਮਿਲੇ, ਜਿਹੜੇ ਸਾਰੇ ਉਹ ਆਜ਼ਾਦ ਕਰਾਉਣ ਦੇ ਵਿੱਚ ਕਈ ਸਾਲ ਲੱਗੇ। ਬੜੀ ਮਿਹਨਤ, ਬੜੀਆਂ ਸ਼ਹੀਦੀਆਂ, ਬੜੇ ਵਿਦਵਾਨਾਂ ਦੇ ਸੋਚ ਦਿਮਾਗ ਉਹਦੇ 'ਚ ਲੱਗੇ। ਅੱਜ ਅਸੀਂ ਉਸ ਤੋਂ ਅਵੇਸਲੇ ਨਹੀਂ ਹੋ ਸਕਦੇ, ਉਸ ਤੋਂ ਵੱਖਰੇ ਨਹੀਂ ਹੋ ਸਕਦੇ। ਇਹ ਸਾਰੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜੇ ਗੁਰਬਾਣੀ ਅਸੀਂ ਪੜ੍ਹਦੇ ਹਾਂ, ਗੁਰਬਾਣੀ ਸਮਝਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਗੁਰਦੁਆਰਿਆਂ ਦੇ ਨਾਲ ਸਾਡਾ ਸੰਬੰਧ ਹੈ, ਤੇ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਗੁਰਮਤਿ ਦੀ ਸੋਝੀ ਆਪ ਲਈਏ, ਆਪ ਲੈ ਕੇ ਅਵੇਅਰ ਹੋਈਏ। ਪਹਿਲੇ ਤੇ ਸਾਨੂੰ ਆਪ ਪਤਾ ਹੋਏ, ਹਰ ਇੱਕ ਗੱਲ ਦਾ ਜਵਾਬ ਸਾਨੂੰ ਪਤਾ ਹੋਏ, ਔਰ ਫਿਰ ਉਸ ਜਵਾਬ ਤੋਂ ਬਾਅਦ ਸਾਡੀ ਅਗਲੀ ਡਿਊਟੀ ਬਣਦੀ ਹੈ ਕਿ ਅਗਲੀ ਤੱਕ ਗੱਲ ਪਹੁੰਚਾਈਏ, ਆਪਣੇ ਪਰਿਵਾਰਾਂ ਤੱਕ, ਆਪਣੇ ਸਮਾਜ ਤੱਕ, ਆਪਣੇ ਉੱਠਣ ਬੈਠਣ ਵਾਲਿਆਂ 'ਚ, ਆਪਣੇ ਆਸੇ-ਪਾਸੇ, ਆਪਣੇ ਬੱਚਿਆਂ ਤੱਕ। ਫਿਰ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋਵਾਂਗੇ ਕਿ ਕੋਈ ਬੰਦਾ, ਹੁਣੇ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਉਸ ਸਟੇਜ ਦੇ ਉੱਤੇ ਆਏ ਤੇ ਉਹਨਾਂ ਨੇ ਅੱਧਾ ਘੰਟਾ ਕੁਝ ਹੋਰ ਦੀਆਂ ਹੋਰ ਗੱਲਾਂ ਹੀ ਕਰਦੇ ਰਹੇ। ਅਸੀਂ ਡਿਪੈਂਡੈਂਟ ਹੀ ਨਹੀਂ ਹੋਵਾਂਗੇ ਕਿ ਉਹ ਸਾਨੂੰ ਸੁਣਾਉਣਗੇ ਤੇ ਫਿਰ ਸਾਨੂੰ ਕੁਝ ਸਮਝ ਆਏਗੀ। ਅਸੀਂ ਆਪ ਸ਼ਬਦ ਖੋਲਾਂਗੇ, ਆਪ ਬਾਣੀ ਪੜ੍ਹਾਂਗੇ, ਸਾਨੂੰ ਪਤਾ ਲੱਗੇਗਾ ਕੀ ਹੈ ਕੀ ਨਹੀਂ। ਅਸੀਂ ਕਿਉਂ ਡਿਪੈਂਡੈਂਟ ਹੁੰਦੇ ਹਾਂ ਕਿਸੇ ਦੇ ਉੱਤੇ ਕਿ ਕੋਈ ਸਾਨੂੰ ਕਥਾ ਸੁਣਾਏਗਾ, ਕੋਈ ਆਏਗਾ, ਕੋਈ ਕੀ ਕਰਨਗੇ ਕੀ ਨਹੀਂ ਕਰਨਗੇ, ਔਰ ਕੋਈ ਪ੍ਰਚਾਰ ਕਰੇਗਾ। ਜੇ ਸਾਨੂੰ ਲੱਗਦਾ ਕਿ ਅੱਜ ਉੱਥੋਂ ਉਹ ਕੰਮ ਨਹੀਂ ਹੋ ਰਿਹਾ ਜਿਹੜਾ ਹੋਣਾ ਚਾਹੀਦਾ, ਜਿਸ ਪਰਪਸ ਵਾਸਤੇ ਸਾਰੀਆਂ ਕਮੇਟੀਆਂ ਬਣੀਆਂ ਸੀ ਜਾਂ ਸਾਰਾ ਸਿਸਟਮ ਬਣਿਆ ਸੀ, ਉਹ ਪ੍ਰਚਾਰ ਨਹੀਂ ਹੋ ਰਿਹਾ, ਤੇ ਸਾਡੀ ਕਿਉਂਕਿ ਸੰਬੰਧ ਹੈ ਤੇ ਸਾਡੀ ਇਹ ਡਿਊਟੀ ਬਣਦੀ ਹੈ ਕਿ ਅਸੀਂ ਆਪ ਇਹਦੇ ਵਿੱਚ ਗੁਰਬਾਣੀ ਦੀ ਸੋਝੀ ਲਈਏ, ਗੁਰਮਤਿ ਦੀ ਸੋਝੀ ਲਈਏ, ਔਰ ਇਹਦੇ ਬਾਰੇ ਗੱਲ ਕਰੀਏ, ਆਪਣੇ ਪਰਿਵਾਰਾਂ ਵਿੱਚ, ਆਪਣੇ ਬੱਚਿਆਂ ਦੇ ਨਾਲ, ਆਪਣੀ ਆਉਣ ਵਾਲੀ ਪਨੀਰੀ ਨੂੰ ਬਚਾਈਏ। ਹੋ ਸਕਦਾ ਸ਼ਾਇਦ ਸਾਡੇ ਤੋਂ ਅਗਲੀ ਜਨਰੇਸ਼ਨ ਇਸ ਬਾਰੇ ਅਵੇਅਰ ਹੋਏ ਤੇ ਇਹ ਚੀਜ਼ਾਂ, ਇਸ ਸਿਸਟਮ ਦੇ ਵਿੱਚ ਸਾਨੂੰ ਕੁਝ ਸੁਧਾਰ ਨਜ਼ਰ ਆਏ। ਜਿਸ ਤਰ੍ਹਾਂ ਉਹ ਸਾਡੇ ਪੁਰਾਣੇ ਬਜ਼ੁਰਗ ਕਰ ਗਏ ਤੇ ਅੱਜ ਇਹ ਸਿਸਟਮ ਸਾਨੂੰ ਮਿਲੇ ਨੇ, ਇਹ ਚੀਜ਼ਾਂ ਸਾਨੂੰ ਮਿਲੀਆਂ, ਚਾਹੇ ਉਹ ਸਿੰਘ ਸਭਾ ਗੁਰਦੁਆਰਾ ਲੈ ਰਹੇ ਆ, ਜੋ ਵੀ ਇਹ ਸਾਡੀਆਂ ਚੀਜ਼ਾਂ ਸਾਡੇ ਕੋਲ ਅੱਜ ਅਵੇਲੇਬਲ ਨੇ, ਤਾਂ ਹੀ ਇਹ ਉਹਨਾਂ ਨੇ ਕੰਮ ਕੀਤਾ ਸੀ। ਅੱਜ ਅਸੀਂ ਕੁਝ ਕਰ ਜਾਵਾਂਗੇ, ਕੁਝ ਮਿਹਨਤ ਕਰਦੇ ਹਾਂ ਇਸ ਵਾਲੇ, ਤੇ ਸ਼ਾਇਦ ਆਉਣ ਵਾਲੀ ਜਨਰੇਸ਼ਨ ਜਿਹੜੀ ਉਹਦੇ ਵਿੱਚ ਕੋਈ ਲਾਭ ਲੈ ਸਕੇ। ਵਰਨਾ ਜਿਹੜਾ ਹੈ, ਜੋ ਇਸ ਟਾਈਮ ਜੋ ਹਾਲਾਤ ਚੱਲ ਰਹੇ ਨੇ, ਕੋਈ ਬਹੁਤ ਚੰਗਾ ਜਿਹੜਾ ਹੈ ਭਵਿੱਖ ਇਹਦੇ 'ਚ ਨਜ਼ਰ ਨਹੀਂ ਆਉਂਦਾ। ਸੋ ਅੱਜ ਦਾ ਸ਼ਬਦ ਮੈਨੂੰ ਲੱਗਿਆ ਕਿ ਕਿਉਂਕਿ ਵਕਤ ਔਰ ਅੱਜ ਦਾ ਜਿਹੜਾ ਸਿਨੈਰੀਓ ਹੈ ਉਸ ਹਿਸਾਬ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।